ਤੁਹਾਡੀ ਜਿਹੜੀ ਲੱਕ ਹੈ ਉਹ ਇਹਦੇ ਅੰਦਰ ਲਿਖੀ ਹੋਈ ਹੈ ਇਸ ਪੇਪਰ ਦੇ ਅੰਦਰ। ਤੇ ਸਭ ਤੋਂ ਜ਼ਿਆਦਾ ਕੀਮਤ ਅਦਾ ਕਰਨੀ ਤੁਸੀਂ ਆਪਣੇ ਟਾਈਮ ਦੀ। ਕਿਆ ਬਾਤ ਹੈ। ਵਨ ਆਫ ਦ ਰੇਅਰੈਸਟ ਪਲੇਸ ਆਈ ਹੈਵ ਐਵਰ ਵਿਜ਼ਿਟਡ। ਫਾਈਨਲੀ ਅਸੀਂ ਪਹੁੰਚ ਗਏ ਹਾਂ। अस्सलाम वालेकुम दोस्तों, मेरा नाम मोहम्मद शुएब, तो तुसी वेख रहे हो मेरा यूट्यूब चैनल वन लाइफ विद शुएब। जैसा कि ਤੁਹਾਨੂੰ ਪਤਾ ਹੈ ਮੈਂ 1000 ਕਿਲੋਮੀਟਰ ਦਾ ਸਫ਼ਰ ਕਰਕੇ ਆਪਣੇ ਸਹੁਰੇ ਪਿੰਡ ਆਇਆ ਹਾਂ ਆਪਣੀ ਬੇਗਮ ਦੇ ਨਾਲ। ਅੱਜ ਦਾ ਸਾਡਾ ਪਲਾਨ ਹੈ ਕਿ ਸਾਡਾ ਕੋਈ ਪਲਾਨ ਨਹੀਂ, ਅਸੀਂ ਹੋਟਲ ਤੋਂ ਥੱਲੇ ਉਤਰ ਕੇ ਤੇ ਆਪਣੀ ਗੱਡੀ 'ਚ ਬਹਿ ਕੇ ਪਲਾਨ ਕਰਾਂਗੇ ਅਸੀਂ ਕਿੱਥੇ ਜਾਣਾ ਹੈ। ਕਿਉਂਕਿ ਬਾਅਦ ਕਾਦ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਹੁੰਦਾ, ਅਸੀਂ ਜਿੰਨੇ ਮਰਜ਼ੀ ਪਲਾਨ ਕਰੀਏ। ਅੱਜ ਬਹੁਤ ਤੇਜ਼ ਬਾਰਿਸ਼ ਹੈ ਦੁਪਹਿਰ ਨੂੰ ਨਾ, ਔਰ ਅਸੀਂ ਕੋਈ ਐਸਾ ਪਲਾਨ ਕਰਾਂਗੇ ਕਿ ਅਸੀਂ ਬਾਹਰ ਵੀ ਥੋੜ੍ਹਾ ਜਿਹਾ ਘੁੰਮ ਲਈਏ ਔਰ ਬਾਕੀ ਐਕਟੀਵਿਟੀਜ਼ ਜਿਹੜੀਆਂ ਨੇ ਉਹ ਅਸੀਂ ਇਨਡੋਰ ਕਰ ਲਈਏ। ਔਰ ਪਿਛਲੇ ਦਿਨਾਂ 'ਚ ਐਸੇ ਹੀ ਏਰੀਏ ਦੇ ਵਿੱਚ ਬਹੁਤ ਵੱਡਾ ਇੱਕ ਜ਼ਲਜ਼ਲਾ ਆਇਆ ਸੀ। ਬਹੁਤ ਲੋਕ ਮੈਨੂੰ ਕਮੈਂਟਸ ਦੇ ਵਿੱਚ ਜਾਂ ਮੈਸੇजेस ਕਰਕੇ ਪੁੱਛ ਰਹੇ ਸਨ ਕਿ ਤੁਸੀਂ ਖੈਰ ਖਰੀਦ ਨਾ ਲਓ। ਜਾਪਾਨ ਦੇ ਵਿੱਚ ਅਗਰ ਜ਼ਲਜ਼ਲਾ ਆਉਂਦਾ ਤੇ ਉਹ ਪੂਰੇ ਜਾਪਾਨ 'ਚ ਨਹੀਂ ਆਉਂਦਾ, ਕਿਸੇ ਇੱਕ ਖਾਸ ਇਲਾਕੇ ਦੇ ਵਿੱਚ ਆਉਂਦਾ ਔਰ ਸ਼ਦੀਦ ਜ਼ਲਜ਼ਲਾ ਆਉਂਦਾ। ਇੱਥੇ ਹੀ ਜ਼ਲਜ਼ਲਾ ਆਇਆ ਸੀ। ਲੇਕਿਨ ਜਾਪਾਨ ਇੱਕ ਐਸਾ ਮੁਲਕ ਹੈ ਕਿ ਜਿਹੜਾ ਕੁਦਰਤੀ ਆਫਤ ਨਾਲ ਨਿਪਟਣਾ ਬਹੁਤ ਅੱਛੇ ਤਰੀਕੇ ਨਾਲ ਜਾਣਦਾ ਹੈ, ਕਿਉਂਕਿ ਇੱਥੇ ਹਰ ਸਾਲ ਹਰ ਕਿਸਮ ਦੀ ਆਫਤ ਆਉਂਦੀ ਹੈ। ਹਰ ਸਾਲ ਮਤਲਬ ਸੁਨਾਮੀ ਦਾ ਖਤਰਾ ਤਾਂ ਹਮੇਸ਼ਾ ਹੀ ਰਹਿੰਦਾ ਹੈ ਜ਼ਲਜ਼ਲੇ ਦੀ ਵਜ੍ਹਾ ਤੋਂ। ਜ਼ਲਜ਼ਲੇ ਆਉਂਦੇ ਨੇ, ਪੂਰਾ ਸਾਲ ਜ਼ਲਜ਼ਲੇ ਆਉਂਦੇ ਰਹਿੰਦੇ ਨੇ। ਉਸ ਤੋਂ ਬਾਅਦ ਇੱਥੇ ਤੂਫਾਨ ਆਉਂਦੇ ਨੇ, ਹਵਾਵਾਂ ਦੇ ਤੂਫਾਨ ਨਾ, ਜਿਹਨੂੰ ਟਾਈਫੂਨ ਆਖੀਦਾ। ਪੂਰੀਆਂ ਪੂਰੀਆਂ ਬਿਲਡਿੰਗਸ ਹਿਲ ਜਾਂਦੀਆਂ ਨੇ। ਅਸੀਂ ਨਿਕਲ ਰਹੇ ਹਾਂ, ਸਾਨੂੰ ਨਹੀਂ ਪਤਾ ਅਸੀਂ ਕਿੱਥੇ ਜਾ ਰਹੇ ਹਾਂ, ਲੇਕਿਨ ਉਮੀਦ ਕਰਨਾ ਕਿ ਐਂਡ ਤੇ ਕੁਝ ਨਾ ਕੁਝ ਇੰਟਰਸਟਿੰਗ ਹੋ ਜਾਏਗਾ। ਵਲੌਗ ਇਹ ਪੂਰਾ ਬਣ ਜਾਏਗਾ ਅੱਜ ਦੇ ਦਿਨ ਦਾ ਨਾ। ਉਮੀਦ ਕਰਨਾ ਕਿ ਤੁਹਾਨੂੰ ਮੇਰੇ ਵਲੌਗਸ ਪਸੰਦ ਆ ਰਹੇ ਹੋਣਗੇ। ਤੇ ਚਲੋ ਚਲੀਏ ਦੋਸਤੋ, ਅੱਜ ਸਾਡਾ ਆਖਰੀ ਦਿਨ ਨੇ ਇਸ ਸ਼ਹਿਰ ਦੇ ਵਿੱਚ। ਅਸੀਂ ਕਈ ਜਗ੍ਹਾ ਦੇ ਵਿੱਚੋਂ ਗੁਜ਼ਰੇ ਹਾਂ, ਹਾਈਵੇ ਤੋਂ ਵੀ ਗੁਜ਼ਰੇ ਹਾਂ, ਪਿੰਡਾਂ 'ਚੋਂ ਵੀ ਗੁਜ਼ਰੇ ਹਾਂ, ਸ਼ਹਿਰਾਂ ਦੇ ਵਿੱਚੋਂ ਵੀ ਗੁਜ਼ਰੇ ਹਾਂ। ਅੱਜ ਜਿਹੜਾ ਅਸੀਂ ਪਹਾੜ ਦੋ ਕ੍ਰਾਸ ਕਰਕੇ ਵਿੱਚੋਂ ਦੀ ਤਕਰੀਬਨ ਕੋਈ 60 ਕਿਲੋਮੀਟਰ ਦਾ ਸਫ਼ਰ ਹੈ। ਸਾਹਮਣੇ ਮੈਪ 'ਚ ਤੁਸੀਂ ਵੇਖ ਸਕਦੇ ਹੋ ਵੱਲ ਖਾਂਦੀ ਹੋਈ ਇੱਕ ਸੜਕ ਗੁਜ਼ਰ ਰਹੀ ਹੈ ਪਹਾੜਾਂ ਦੇ ਵਿੱਚ। ਕੋਈ ਇੱਥੇ ਬੰਦਾ ਨਹੀਂ ਰਹਿੰਦਾ, ਜੰਗਲ ਦੇ ਵਿੱਚੋਂ ਗੁਜ਼ਰ ਰਹੇ ਹਾਂ ਅਸੀਂ। ਬੜਾ ਮਜ਼ਾ ਆ ਰਿਹਾ ਹੈ, ਨਾਲ ਬਾਰਿਸ਼ ਹੋ ਰਹੀ ਹੈ। ਤੇ ਅਸੀਂ ਜਾ ਰਹੇ ਹਾਂ ਕਿ ਐਸੀ ਜਗ੍ਹਾ 'ਤੇ ਜਿੱਥੇ ਕਿ ਬਹੁਤ ਹੀ ਖੂਬਸੂਰਤ ਮੰਦਿਰ ਦੇ ਬਾਹਰ ਜਿਹੜੇ ਦਰਵਾਜ਼ੇ ਹੁੰਦੇ ਨਾ, ਉਹ ਬਹੁਤ ਜ਼ਿਆਦਾ ਦਰਵਾਜ਼ੇ ਲੱਗੇ ਨੇ। ਤੇ ਉੱਥੇ ਪਹੁੰਚ ਕੇ ਫਿਰ ਤੁਹਾਨੂੰ ਬਾਕੀ ਮੰਦਿਰ ਵਿਖਾਉਂਦੇ ਹਾਂ। ਦੋਸਤੋ ਅਸੀਂ ਬਸ ਪਹੁੰਚਣ ਵਾਲੇ ਹਾਂ। ਇਹ ਇੱਥੋਂ ਸ਼ੁਰੂਆਤ ਹੋ ਗਈ ਹੈ। ਇਹ ਮਸ਼ਹੂਰ ਜਗ੍ਹਾ ਇਹਨਾਂ ਗੇਟਾਂ ਦੀ ਵਜ੍ਹਾ ਤੋਂ ਨਾ ਇਹਨੂੰ ਆਖਦੇ ਨੇ ਥੋਰੀ ਗੇਟ, ਯਾਨੀ ਕਿ ਇੱਥੋਂ ਇਹਦੇ ਥੱਲੋਂ ਲੰਘਣਾ ਹੁੰਦਾ ਹੈ। ਕਿਸੇ ਵੀ ਇਹਨਾਂ ਦਾ ਮੁਕੱਦਸ ਜਗ੍ਹਾ ਤੇ ਸ਼ੁਰੂ ਤੇ ਇਹ ਗੇਟ ਲੱਗਾ ਹੁੰਦਾ ਹੈ ਨਾ। ਤੇ ਅੱਗੇ ਜਿੱਥੇ ਅਸੀਂ ਜਾ ਰਹੇ ਹਾਂ ਉੱਥੇ ਬੇਤਹਾਸ਼ਾ ਗੇਟ ਲੱਗੇ ਨੇ। ਫਾਈਨਲੀ ਅਸੀਂ ਪਹੁੰਚ ਗਏ ਹਾਂ। ਉਹ ਇੱਥੇ ਵਾਹਵਾ ਬੰਦੇ ਆਏ ਨੇ ਯਾਰ। ਵੇਖ ਲਓ ਕਿੰਨੇ ਕਿੰਨੇ ਸਿਆਪੇ ਕਰਨੇ ਪੈਂਦੇ ਨੇ। ਹੁਣ ਮੈਂ ਤੁਹਾਡੀ ਖਾਤਰ ਉਹ ਸਾਰੀਆਂ ਸੀੜੀਆਂ ਥੱਲੇ ਉਤਰ ਕੇ ਆਇਆ ਫਿਰ, ਕਿਉਂਕਿ ਮੈਂ ਕੈਮਰੇ ਦਾ ਬਟਨ ਔਨ ਹੀ ਨਹੀਂ ਸੀ ਕੀਤਾ। ਇਹ ਹੁਣ ਸ਼ੁਰੂ ਤੋਂ ਤੁਹਾਨੂੰ ਵਿਖਾਉਣ ਲੱਗਾ। ਸਾਹ ਚੜ ਗਿਆ ਮੈਨੂੰ। ਇੱਥੋਂ ਹੁੰਦੀ ਐਂਟਰੈਂਸ। ਤੇ ਇਹ ਜਿਹੜਾ ਗੇਟ ਹੈ ਇਹ ਹੁੰਦਾ ਐਂਟਰੈਂਸ ਦਾ ਗੇਟ ਨਾ, ਥੋੜੀ ਇਹਨੂੰ ਆਖਦੇ ਨੇ। ਤੇ ਇੱਥੇ ਪਹਿਲੇ ਮੈਂ ਬੇਗਮ ਦੇ ਨਾਲ ਅੱਛੀ ਇੰਨੀ ਐਂਟਰੈਂਸ ਕੀਤੀ, ਉਹ ਕੈਮਰੇ 'ਚ ਕੈਦ ਹੀ ਨਹੀਂ ਹੋਈ। ਤੇ ਇਹ ਇੱਥੇ ਟੂਲ ਟੈਕਸ ਹੈ। ਇੱਥੇ ਸਿੱਕੇ ਪਾਈਦੇ ਨੇ ਥੋੜ੍ਹੇ ਜਿਹੇ ਨਾ, ਉਹ ਸਿੱਕੇ ਅਸੀਂ ਪਾ ਦਿੱਤੇ ਨੇ, ਹੁਣ ਦੁਬਾਰਾ ਤਾਂ ਨਹੀਂ ਪਾ ਸਕਦੇ ਨਾ। ਤੇ ਇਹ ਸੀੜੀਆਂ ਉੱਤੇ ਚੜ੍ਹਨੀਆਂ ਨੇ ਤੇ ਅੱਗੇ ਜਾ ਕੇ ਨਾ ਬਹੁਤ ਖੂਬਸੂਰਤ ਇਸ ਤਰ੍ਹਾਂ ਦੇ ਕਈ ਇਕੱਠੇ ਕਿੰਨੇ 100 ਗੇਟ ਜਿਹੜੇ ਨਾ ਉਹ ਸਾਨੂੰ ਨਜ਼ਰ ਆਉਣੇ ਨੇ। ਅਸੀਂ ਉੱਤੇ ਹੁਣ ਜਾ ਰਹੇ ਹਾਂ, ਬੇਗਮ ਮੇਰੀ ਉੱਤੇ ਪਹੁੰਚ ਗਈ ਹੈ। ਤੇ ਮੈਂ ਕਹਿ ਰਿਹਾ ਸਾਂ ਕਿ ਇਹ ਸਿੱਕੇ ਪਾਈ ਦੇ ਨਾ, ਤੇ ਉਹ ਕਹਿੰਦੇ ਨੇ ਕਿ ਸਾਡਾ ਖੁਦਾ ਤੁਹਾਡੀ ਹਿਫਾਜ਼ਤ ਕਰੇਗਾ, ਜਿਹੜਾ ਮਤਲਬ ਗੋਡ ਹੈ ਜੋ ਵੀ ਹੈ। ਤੇ ਮੈਂ ਕਹਿ ਰਿਹਾ ਸਾਂ ਕਿ ਮੈਂ ਕੋਈ ਵੀ ਗੱਲ ਕਰਨਾ ਵਾ ਨਾ, ਤੇ ਤੁਸੀਂ ਮੇਰੇ ਤੇ ਫਤਵਾ ਲਾਉਣ ਦੀ ਬਜਾਏ ਨਾ ਵੈਸੇ ਇਹਨਾਂ ਦੇ ਕਲਚਰ 'ਤੇ ਧਿਆਨ ਦਿਓ, ਇਹਨਾਂ ਨੂੰ ਇੰਜੋਏ ਕਰੋ। ਇੱਥੋਂ ਸ਼ੁਰੂ ਹੋਣਾ ਥੋਰੀ ਗੇਟ ਨਾ, ਇਸ ਜਗ੍ਹਾ ਤੋਂ ਸ਼ੁਰੂ ਹੋਣਾ। ਤੇ ਇਹਨਾਂ ਗੇਟਾਂ ਦੇ ਅੰਦਰੋਂ ਲੰਘਣ ਤੋਂ ਪਹਿਲੇ ਨਾ ਮੋਸਟਲੀ ਲੋਕ ਇੱਥੇ ਆਪਣਾ ਮੂੰਹ ਦੀ ਕੁੱਲੀ ਕਰਦੇ ਨੇ, ਹੱਥ ਵਗੈਰਾ ਸਾਫ਼ ਕਰਦੇ ਨੇ, ਜਿਸ ਤਰ੍ਹਾਂ ਅਸੀਂ ਆਪਣਾ ਨਮਾਜ਼ ਤੋਂ ਪਹਿਲੇ ਵਜ਼ੂ ਵਗੈਰਾ ਕਰਨੇ ਹਾਂ। ਅਸੀਂ ਇੱਧਰੋਂ ਐਂਟਰ ਹੋਵਾਂਗੇ ਤੇ ਥੱਲੇ ਜਾਵਾਂਗੇ। ਉਸ ਕਿਤੇ ਨਾ ਹੁਣ ਤੋਂ ਨਹੀਂ ਸਲਿੱਪ ਨਾ ਹੋ ਜਾਈ, ਧਿਆਨ ਨਾਲ। ਜਾਪਾਨ ਦਾ ਸ਼ਹਿਰ ਆਓਮੋਰੀ ਤੇ ਇਸ ਜਗ੍ਹਾ ਦਾ ਨਾਂ ਹੈ ਥਾਕਾਯਾਮਾ ਜਿੰਜਾ। ਜਿੰਜਾ ਮਤਲਬ ਸ਼ਰਾਈਨ ਇਹਨਾਂ ਦਾ ਨਾ, ਮੰਦਿਰ ਕਹਿ ਲਓ, ਸ਼ਰਾਈਨ ਕਹਿ ਲਓ। ਉੱਥੇ ਅਸੀਂ ਆਏ ਹਾਂ ਕਿਉਂਕਿ ਕੁਝ ਲੋਕ ਕਹਿ ਰਹੇ ਸਨ ਕਿ ਤੁਸੀਂ ਜਿੱਥੇ ਜਾਂਦੇ ਹੋ, ਜਿਹੜੀ ਜਗ੍ਹਾ 'ਤੇ ਜਾਂਦੇ ਹੋ, ਉਹਦਾ ਨਾਂ ਦੱਸੋ। ਵਾਓ, ਮੈਨੂੰ ਪਰਲੇ ਪਾਸੇ ਬਹੁਤ ਖੂਬਸੂਰਤ ਚੀਜ਼ਾਂ ਨਜ਼ਰ ਆ ਰਹੀਆਂ ਨੇ। ਹੁਣ ਕੋਲ ਜਾ ਕੇ ਤੁਹਾਨੂੰ ਵਿਖਾਉਣਾ। ਮੇਰਾ ਜਿਹੜਾ ਕੈਮਰਾ ਹੈ ਇਹ ਵਾਟਰਪ੍ਰੂਫ ਹੈ ਤੇ ਟੈਨਸ਼ਨ ਕੋਈ ਨਹੀਂ, ਮੈਨੂੰ ਸੈਲਫੀ ਸਟਿਕ ਤੇ ਲਾਏ ਹੈ। ਲੇਕਿਨ ਪਹਿਲੇ ਐਂਟਰੀ ਵਾਲਾ ਸੀਨ ਜਿਹੜਾ ਮੈਂ ਵਾਈਫ ਦੇ ਨਾਲ ਕੀਤਾ ਸੀ ਉਹ ਮਿਸ ਹੋ ਗਿਆ। ਬੜਾ ਦੁੱਖ ਹੋ ਰਿਹਾ। ਇਹ ਖੂਬਸੂਰਤ ਜਿਹਾ ਤਲਾਬ ਹੈ, ਉਹ ਪਰਾਂ ਵੀ ਇੱਕ ਛੋਟਾ ਜਿਹਾ ਮੰਦਿਰ ਹੈ। ਤੇ ਹਾਂ ਕੁਛ ਕਰਾ ਅੱਛਾ, ਨੇ ਰਸਤਾ ਇਸ ਤਰ੍ਹਾਂ ਬਣਾਇਆ ਕਿ ਇੱਧਰੋਂ ਅਸੀਂ ਐਂਟਰ ਹੋਵਾਂਗੇ, ਠੀਕ ਹੈ। ਤੇ ਇਹ ਛੋਟਾ ਜਿਹਾ ਜਿਹੜਾ ਪੁੱਲ ਹੈ ਕ੍ਰਾਸ ਕਰਾਂਗੇ ਤੇ ਉਹ ਮੇਨ ਗੇਟ ਹੈ, ਉਹਦੇ 'ਚੋਂ ਐਂਟਰ ਹੋ ਕੇ ਤੇ ਅਸੀਂ ਇਹ ਸਾਰਾ ਗੇਟਾਂ ਦੇ ਅੰਦਰੋਂ ਲੰਘਦੇ ਜਾਵਾਂਗੇ। ਠੀਕ ਹੈ ਜੀ।
ਇਹ ਗੇਟ ਹੈ, ਇਸ ਗੇਟ ਦੇ ਥੱਲੋਂ ਲੰਘ ਕੇ ਤੇ ਇੱਥੇ ਲੋਕ ਦੁਆ ਕਰਦੇ ਨੇ, ਦੁਆ ਕਰਕੇ ਇਹ ਰੱਸੀ ਜਿਹੜੀ ਹੈ ਫੜ ਕੇ ਇਹਨੂੰ ਖੜਕਾਉਂਦੇ ਨੇ ਇਸ ਟੱਲੀ ਨੂੰ। ਆ ਜਾ। मैंने कहा फॉरवर्ड। बेगम मेरी जी है वो कहती कि मैं अजमा के वेखना चाहनी हाँ। अच्छा थोड़ा जिहा तुहानूं दसना कि तुसीं पुछदे ना कि वाइफ मुस्लिम है, वाइफ मुस्लिम है लेकिन वो उस तरह फॉलो नहीं हले करती, हौली हौली मैं करांगा तो फिर भी करेगी ना मैनूं वेख के। When it gets wet, When it's get wet, the word's gonna come up on the Okay. surface. You can see the luck. Your luck is written here. हाँ ਤੁਹਾਡੀ ਜਿਹੜੀ ਲੱਕ ਹੈ ਉਹ ਇਹਦੇ ਅੰਦਰ ਲਿਖੀ ਹੋਈ ਹੈ ਇਸ ਪੇਪਰ ਦੇ ਅੰਦਰ ਔਰ ਇਹ ਕਾਇਤੇ ਕਰਾ। That's what you need to learn, though. हाँ 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 Especially when you get bad luck, हाँ when you tie stuff over it. ਸਕੀ ਆਣਾ ਤਾਂ ਨਾ ਪਹਿਲੇ ਤੇਰੀ ਵਾਰੀ ਹੈ। ਅੱਛਾ ਇਹ ਪਾਣੀ ਹੈ, ਇਸ ਪਾਣੀ ਦੇ ਵਿੱਚ ਨਾ ਇਹਨੂੰ ਭਿਓਵਾਂਗੇ। ਹਾਈ ਆਣਾ ਤਾਂ ਇਸ ਪਾਣੀ ਦੇ ਵਿੱਚ ਇਹਨੂੰ ਭਿਓ ਕੇ ਤੇ ਇਹਨੂੰ ਖੋਲਾਂਗੇ ਤੇ ਇਹਦੇ ਵਿੱਚ ਤੁਹਾਡੀ ਲੱਕ ਲਿਖੀ ਹੋਏਗੀ। ਵੇਖਦੇ ਹਾਂ ਹੁਣ ਸਾਡੀ ਕੀ ਲੱਕ ਲਿਖੀ ਹੈ। ਅੱਛਾ ਇਹ ਲੈਟਰ ਹੈ ਇਮਾਨਾ ਨਹੀਂ ਮਮੀ ਨਹੀਂ ਨੇ ਸਹੀ। ਅੱਛਾ ਤੇ ਹੁਣ ਅਸੀਂ ਇਹਨੂੰ ਪਾਣੀ ਦੇ ਵਿੱਚ ਭਿਉਣਾ ਤੇ ਇਹਦੇ ਵਿੱਚ ਵਰਡ ਨਮੂਦਾਰ ਹੋਣਗੇ ਕੁਝ ਲਿਖਾਈ ਵਗੈਰਾ। ਲਿਖਾਈ ਜਿਹੜੀ ਹੈ ਉਹ ਬਾਹਰ ਆ ਰਹੀ ਹੈ। Careful. You are feeling a health problem? Your feeling affects your health problem. That means like you have to keep your face strong or something like that. Like if you feel weak, you're gonna get sick. ਹਾਂ We've heard that saying in Japanese, so ਅਤੇਰੂ it's something like that. ਚਾਹੀਏ ਕਿ ਤੁਸੀਂ ਆਪਣੇ ਆਪ ਨੂੰ ਸਟਰੋਂਗ ਰੱਖੋ। ਤੁਹਾਨੂੰ ਕੋਈ ਅਗਰ ਹੈਲਥ ਪ੍ਰੋਬਲਮ ਹੁੰਦੀ ਹੈ ਤੇ ਆਪਣੇ ਆਪ ਨੂੰ ਵੀਕ ਨਹੀਂ ਸਮਝਣਾ ਔਰ ਸਟਰੋਂਗ ਰਹਿਣਾ। ਤੁਸੀਂ ਗੌਰ ਕੀਤਾ ਹੋਏਗਾ ਕਿ ਇੱਕ ਨਾ ਯੂਨੀਵਰਸਲ ਜਿਹੀਆਂ ਚੀਜ਼ਾਂ ਲਿਖੀਆਂ ਹੋਈਆਂ ਨੇ ਕਿ ਕੋਈ ਵੀ ਬੰਦਾ ਇਹਨੂੰ ਪੜ੍ਹੇਗਾ ਨਾ ਤੇ ਉਹ ਘੁਮਾ ਫਿਰਾ ਕੇ ਨਾ ਉਹ ਸਮਝੇਗਾ ਕਿ ਮੇਰੀ ਜ਼ਿੰਦਗੀ ਦੇ ਉੱਤੇ ਅਮਲ ਹੱਲ ਕਰਦੀਆਂ ਨੇ। ਸਮਝ ਰਹੇ ਹੋ ਨਾ ਗੱਲ ਨੂੰ? ਲੇਕਿਨ ਇਹ ਕਿ It's the best luck, by the way. ਆਸੋ Mitchell. ਓਕੇ 300 ਰੁਪਇਆ ਪੇ ਕੀਤਾ ਹੁਣ ਮੇਰੇ ਲੈਟਰ ਦੀ ਵਾਰੀ ਹੈ। ਦੋ ਖਰੀਦੇ ਸਨ ਨੇ, ਇੱਕ ਮੇਰੇ ਵਾਸਤੇ ਖਰੀਦਿਆ ਸੀ। ਠੀਕ ਹੈ ਬਾਰ-ਬਾਰ ਕਹਿ ਰਿਹਾ ਕਿ ਇਹ ਜਸਟ ਫॉर ਮੇਰੇ ਵਾਸਤੇ ਇੱਕ ਫਨ ਹੈ। ਮੇਰੀ ਬੇਗਮ ਜੀ ਦੀ ਫੀਲਿੰਗ ਹੈ ਤੇ ਮੈਂ ਉਹਦੀ ਫੀਲਿੰਗ ਦੀ ਕਦਰ ਕਰਨਾ ਵਾ। ਉਹ ਕਰਨਾ ਚਾਹੁੰਦੀ ਸੀ। ਹੋਰ ਤੁਹਾਨੂੰ ਥੋੜ੍ਹਾ ਡੀਪ ਦੱਸ ਦੇਣਾ ਵਾ ਕਿ ਇਹ ਮੇਰੇ ਘਰ ਦੀ ਕਹਾਣੀ ਹੈ। ਸਮਝਣ ਵਾਲਿਆਂ ਵਾਸਤੇ ਗੱਲ ਕਰਨ ਲੱਗਾ ਵਾਂ ਕਿ ਮੇਰੀ ਮਾਂ ਜਦੋਂ ਮੈਂ 7 ਸਾਲ ਦਾ ਸੀ ਨਾ ਉਦੋਂ ਫੌਤ ਹੋਈ ਸੀ ਤੇ ਉਹਨੇ ਆਪਣਾ ਘਰ ਬਚਾਉਣ ਵਾਸਤੇ ਨਾ ਪਤਾ ਨਹੀਂ ਕੋਈ ਇਲਾਕੇ ਦਾ ਕੋਈ ਪੀਰ ਕੋਈ ਦਮ ਦਰੂਦ ਨਹੀਂ ਸੀ ਛੱਡਿਆ। ਮਤਲਬ ਮੇਰੇ ਅੰਮੀ ਅੱਬੂ ਦੇ ਪ੍ਰੋਬਲਮ ਚੱਲ ਰਹੀਆਂ ਸਨ ਨਾ ਕੋਈ ਹਰ ਘਰ ਦੇ ਵਿੱਚ ਹੁੰਦੀਆਂ ਨੇ ਤੇ ਮੇਰੀ ਮਾਂ ਨੇ ਇੰਨੇ ਤਵੀਜ਼ ਔਰ ਇੰਨੀਆਂ ਦੀਵਾਰਾਂ ਦੇ ਉੱਤੇ ਦਮ ਕਰਕੇ ਪਾਣੀ ਸੁੱਟਣਾ, ਸਾਨੂੰ ਦਮ ਕਰਕੇ ਪਾਣੀ ਪਿਆਣਾ, ਆ ਪੀਣਾ, ਤਵੀਜ਼ ਧਾਗੇ ਪਤਾ ਨਹੀਂ ਕੀ ਕੀਤਾ। ਠੀਕ ਹੈ ਤੇ ਅੱਜ ਦੀਆਂ ਔਰਤਾਂ ਵੀ ਇਹ ਕੰਮ ਕਰ ਰਹੀਆਂ ਨੇ ਤੇ ਬਸ ਤੁਸੀਂ ਕਿਸੇ ਨੂੰ ਰੋਕ ਨਹੀਂ ਸਕਦੇ। ਤੇ ਮੇਰੀ ਬੀਵੀ ਦੀ ਫੀਲਿੰਗ ਹੈ ਤੇ ਮੈਂ ਆਪਣੀ ਮਾਂ ਦੀ ਵਜ੍ਹਾ ਤੋਂ ਮੈਨੂੰ ਆਪਣੀ ਮਾਂ ਯਾਦ ਆ ਗਈ ਤੇ ਮੈਂ ਆਪਣੀ ਮਾਂ ਦੀ ਵਜ੍ਹਾ ਤੋਂ ਇਹਦੀ ਫੀਲਿੰਗ ਦੀ ਕਦਰ ਕਰਨਾ। ਹੁਣ ਮੇਰੀ ਵਾਰੀ ਹੈ। ਇਹ ਅਸੀਂ ਖੋਲਿਆ ਇੱਧਰ ਨੇ ਇਹ ਅਸੀਂ ਖੋਲਿਆ ਤੇ ਇਹਨੂੰ ਅਸੀਂ ਹੁਣ ਪਾਣੀ 'ਚ ਡੁਬਾਉਣਾ। ਵੇਖਦੇ ਹਾਂ ਮੇਰੀ ਕੀ ਲੱਗ ਨਿਕਲ ਕੇ ਆਉਂਦੀ। ਚੱਲ ਉਹ ਜ਼ਿੰਬੂ ਦਿੱਤਾ ਸੁਗੂ ਦੇ ਕੀਤਾ ਮੀਥੇ ਤੇ ਨਹੀਂ ਖਾਈਤੇ ਹੋਗਾ ਮੀਤੇ ਨਾ। ਅੱਛਾ ਜੀ ਹੁਣ ਮੇਰੀ ਲੱਕ ਪੜੇਗੀ ਕਿ ਮੇਰੀ ਲੱਕ 'ਚ ਕੀ ਨਿਕਲਿਆ। Which luck you wanna see? Love luck, money luck, health luck. ਲਵ ਲੱਕ, ਮਨੀ ਲੱਕ, ਹੈਲਥ ਲੱਕ। ਉਹੀ ਗੱਲ ਜਿਸ ਤਰ੍ਹਾਂ ਮੈਂ ਪਹਿਲੇ ਕਹੀ ਹੈ ਕਿ ਪੈਸਿਆਂ ਦੀ ਲੱਕ ਹੈ ਜੀ, ਹੈਲਥ ਦੀ ਲੱਕ ਹੈ, ਉਸ ਤੋਂ ਬਾਅਦ ਖੁਸ਼ਹਾਲੀ ਦੀ ਲੱਕ ਹੈ। ਉਹੀ ਚੀਜ਼ਾਂ ਨੇ। ਓਕੇ ਇੱਕ ਹੋਕਾ। If you try to save a little money, you're gonna lose a big money. ਸੋ ਇਹਦੇ ਲੈਟਰ ਦੇ ਉੱਤੇ ਲਿਖਿਆ ਹੈ ਕਿ ਬਹੁਤ ਜ਼ਿਆਦਾ ਪੈਸਾ ਸੇਵ ਕਰਨ ਦੀ ਜ਼ਰੂਰਤ ਨਹੀਂ ਹੈ। ਗੱਲਾਂ ਸਾਰੀਆਂ ਹੀ ਅੱਛੀਆਂ ਲਿਖੀਆਂ ਨੇ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਕਿਹਾ ਪਹਿਲੇ ਗੱਲਾਂ 'ਤੇ ਗੌਰ ਕਰੋ ਲੇਕਿਨ ਕਿ ਬਸ ਇਹਨੂੰ ਇੱਕ ਸ਼ੁਗਲ ਸਮਝੋ। ਇਹ ਜਿਹੜਾ ਨਾ ਕੁਝ ਲੋਕ ਜਿਹੜੇ ਨੇ ਉਹ ਪਰਚੀਆਂ ਇੱਥੇ ਹੀ ਬਣ ਜਾਂਦੇ ਨੇ ਨਾ ਉਹ ਸਮਝਦੇ ਨੇ ਕਿ ਇਹ ਇੱਥੇ ਜ਼ਿਆਦਾ ਮਹਿਫੂਜ਼ ਰਹਿਣਗੀਆਂ। ਕੁਝ ਲੋਕ ਨੇ ਉਹ ਪਰਚੀ ਦਾ ਭਾਰ ਝੱਲ ਨਹੀਂ ਪਾਉਂਦੇ ਕਿ ਇਹਦੇ 'ਤੇ ਜੋ ਲਿਖਿਆ ਹੈ ਉਹ ਉਹਨਾਂ ਨੂੰ ਸਮਝ ਨਹੀਂ ਆਉਂਦਾ ਤੇ ਉਹ ਇੱਥੇ ਹੀ ਬਣ ਜਾਂਦੇ ਨੇ। ਤੇ ਅਸੀਂ ਹੁਣ ਇਸ ਗੇਟ ਤੋਂ ਐਂਟਰ ਹੋਵਾਂਗੇ। ਠੀਕ ਹੈ ਇਹ ਸਿਰਫ ਤੁਹਾਨੂੰ ਕਲਚਰ ਦਿਖਾ ਰਿਹਾ। ਮੈਂ ਨਾ ਕਿਸੇ ਚੀਜ਼ ਦੇ ਉੱਤੇ ਬਿਲੀਵ ਨਹੀਂ ਕਰਦਾ। ਇਸ ਤੋਂ ਪਹਿਲੇ ਕੋਈ ਇਹੋ ਜਿਹਾ ਕਮੈਂਟ ਜਾਂ ਫਤਵਾ ਲਾਉਣ ਤੋਂ ਪਹਿਲੇ ਸੋਚਣਾ। ਡਿਸਕਲੇਮਰ ਦੇ ਰਿਹਾ ਤੁਹਾਨੂੰ ਸਿਰਫ ਖੂਬਸੂਰਤੀ ਦਿਖਾ ਰਿਹਾ ਬਸ। ਲੋ ਜੀ ਇਹ ਉਹ ਨਜ਼ਾਰਾ ਸ਼ੁਰੂ ਹੋ ਚੁੱਕਿਆ ਖਿਰੇ ਨਾ। ਵਾਹ ਰੇ ਵਾਹ ਅੱਛਾ ਫੈਸਲਾ ਸੀ ਸਾਡਾ। ਅਸੀਂ ਬਾਰਿਸ਼ ਦੀ ਵਜ੍ਹਾ ਤੋਂ ਡਰ ਗਏ ਸਾਂ। ਅਸੀਂ ਕਿਹਾ ਨਹੀਂ ਹੁਣ ਨਹੀਂ ਅਸੀਂ ਕਿਧਰੇ ਹੋਰ ਜਾਂਦੇ ਹਾਂ ਕਿਸੇ ਮਾਲ ਦੇ ਅੰਦਰ ਨਾ ਲੇਕਿਨ ਮਜ਼ਾ ਆ ਗਿਆ ਚੋਏ ਸਾਹਿਬ ਮਜ਼ਾ ਆ ਗਿਆ। ਅੱਛਾ
ਤੁਸੀਂ ਇਹ ਗੌਰ ਕਰੋਗੇ ਇਹ ਅੱਗੇ ਜਾਂਦੇ ਜਾਂਦੇ ਵੱਡੇ ਹੋਈ ਜਾਂਦੇ ਨੇ, ਜਾਂ ਉੱਚੇ ਹੋਈ ਜਾਂਦੇ ਨੇ, ਜਾਂ ਵੱਡੇ ਹੋਈ ਜਾਂਦੇ ਨੇ ਇਹ ਜਿਹੜੇ ਨਾ ਥੋਰੀ ਗੇਟ। ਇਹ ਦੇਖੋ ਕਿੰਨੇ ਪਿਆਰੇ ਯਾਰ ਫੁੱਲ ਨੇ ਬਾਰਿਸ਼ ਦੇ ਵਿੱਚ ਖਿਲੇ ਹੋਏ, ਸਗੋਈ ਨੇ। ਵਾਓ। Sorry,何百あると絶対1000ぐらいあると思う。ਹੂੰ ਇਹ ਕਿਹਾ ਜਾ ਰਿਹਾ ਹੈ ਕਿ ਨਾ ਕੋਈ 1000 ਕੋ ਗੇਟ ਨੇ। ਮੈਂ ਕਿਹਾ ਬੇਗਮ ਕਹਿ ਰਹੀ ਸੀ ਕਿ 1000 ਨਹੀਂ ਹੋ ਸਕਦੇ। ਮੈਂ ਕਿਹਾ ਜਿਨੇ ਲੱਗੇ ਹੋਏ ਨੇ ਥੋੜੇ ਥੋੜੇ ਫਾਸਲੇ ਤੇ, ਮੈਨੂੰ ਲੱਗਦਾ ਹੈ 1000 ਹੋ ਹੀ ਜਾਣੇ ਨੇ ਪੂਰੇ, ਲੇਕਿਨ 1000 ਲੱਗਦੇ ਨਹੀਂ ਪਏ ਉਹ ਅੱਗੇ ਤੱਕ ਵਾਕਈ, ਲੇਕਿਨ 100 ਤੋਂ ਉੱਤੇ ਹੀ ਨੇ। ਵਾਓ। ਇਸ ਤਰ੍ਹਾਂ ਦੇ ਨਾ ਜਿਹੜੇ ਸਭ ਤੋਂ ਜ਼ਿਆਦਾ ਮਸ਼ਹੂਰ ਨੇ ਨਾ, ਜਾਪਾਨ ਦੇ ਸਭ ਤੋਂ ਜ਼ਿਆਦਾ ਮਸ਼ਹੂਰ ਹੈ ਦੀਵਾਰ ਜਿਹੜੀ ਹੈ ਗੇਟਾਂ ਦੀ, ਉਹ ਕਿਓਤੋ ਦੇ ਵਿੱਚ। ਜਾਪਾਨ ਦਾ ਇੱਕ ਮਸ਼ਹੂਰ ਸ਼ਹਿਰ ਹੈ ਕਿਓਤੋ, ਓਸਾਕਾ ਦੇ ਬਿਲਕੁਲ ਨਾਲ ਹੀ ਹੈ। ਉਹ ਗੇਟ ਇਸ ਤੋਂ ਵੱਡੇ ਵੀ ਨੇ ਔਰ ਉੱਥੇ ਰਸ਼ ਵੀ ਬਹੁਤ ਜ਼ਿਆਦਾ ਰਸ਼ ਹੁੰਦਾ ਹੈ, ਲੇਕਿਨ ਇਹਦੀ ਕਿਆ ਹੀ ਬਾਤ ਹੈ, ਮੈਨੂੰ ਘੱਟ ਰਸ਼ ਵਾਲੀਆਂ ਜਗ੍ਹਾ ਪਸੰਦ ਨੇ। ਇਹ ਚੈੱਕ ਕਰੋ, ਵਾਹ। ਇੰਨੀ ਦੇਰ ਚ ਪਹਿਲਾ ਗੋਰਾ ਵੇਖਿਆ। ਹੈਲੋ। ਨਾਈਸ ਪਲੇਸ। क्या बात है यार, मजा आ गया, मजा आ गया। ਇਹ ਸਾਈਡ ਦੇ ਉੱਤੇ ਦਰਿਆ ਗੁਜ਼ਰ ਰਿਹਾ ਨਾ, ਇਹ ਪਹਾੜ ਦੇ ਥੱਲੇ, ਪਹਾੜ ਦੇ ਉੱਤੇ ਅਸੀਂ ਜਾ ਰਹੇ ਹਾਂ ਔਰ ਅਸੀਂ ਇਧਰੋਂ ਘੁੰਮ ਕੇ ਉਹ ਉੱਤੇ ਕਿਸੇ ਜਗ੍ਹਾ ਤੇ ਜਾਵਾਂਗੇ ਔਰ ਉਸ ਤੋਂ ਬਾਅਦ ਉਧਰੋਂ ਨਿਕਲ ਕੇ ਇਹਨਾਂ ਗੇਟਾਂ ਤੋਂ ਥੱਲੇ ਆ ਕੇ ਉਧਰੋਂ ਹੁੰਦੇ ਹੋਏ ਇਸ ਬਾਗ ਦੇ ਵਿੱਚੋਂ ਨਿਕਲਦੇ ਨਿਕਲਦੇ ਫਿਰ ਵਾਪਸ ਦੁਬਾਰਾ ਉੱਥੇ ਹੀ ਪਹੁੰਚਾਂਗੇ ਜਿੱਥੋਂ ਅਸੀਂ ਵੜੇ ਸਾਂ। ਜੈਸਾ ਕਿ ਮੈਂ ਤੁਹਾਨੂੰ ਦੱਸਿਆ, ਮੈਂ ਟੂਰ ਦਾ ਕੰਮ ਕਰਨਾ, ਲੋਕਾਂ ਨੂੰ ਘੁਮਾਉਣ ਫਿਰਾਉਣ ਦਾ। ਜੇ ਮਜ਼ੇ ਕਰਨਾ ਚਾਹੁੰਦੇ ਹੋ ਨਾ ਤੇ ਮੇਰੇ ਨਾਲ ਰਾਬਤਾ ਕਰੋ, ਇੰਸਟਾਗ੍ਰਾਮ ਤੇ DM ਕਰੋ। ਉਹ ਬੰਦੇ ਜਿਹੜੇ ਵਿਹਲੇ ਨੇ, ਜਿਹੜੇ ਆਪਣੀਆਂ ਛੁੱਟੀਆਂ ਇੰਜੋਏ ਕਰਨਾ ਚਾਹੁੰਦੇ ਨੇ, ਜਿਹੜੇ ਬਹੁਤ ਜ਼ਿਆਦਾ ਕੰਮ ਤੋਂ ਬਾਅਦ ਸਟ੍ਰੈਸਫੁਲ ਨੇ ਔਰ ਆਪਣੀ ਜ਼ਿੰਦਗੀ 'ਚ ਇੱਕ ਬ੍ਰੇਕ ਚਾਹੁੰਦੇ ਨੇ, ਉਹ ਮੇਰੇ ਨਾਲ ਰਾਬਤਾ ਕਰਨ। ਜਿਹੜੇ ਬੰਦੇ ਉਂਝ ਕਹਿ ਰਹੇ ਨੇ ਕਿ ਜੀ ਮੈਂ ਬਸ ਆ ਰਿਹਾ ਵਾਂ ਤੇ ਬਸ ਮੈਨੂੰ ਲੈ ਕੇ ਜਾਓ, ਉਹ ਨਹੀਂ। ਜਿਹੜੇ ਲੋਕ ਸ਼ੌਕ ਰੱਖਦੇ ਨੇ ਸਿਰਫ ਉਹ, ਜਿਹੜੇ ਇਸ ਵੀਡੀਓ ਨੂੰ ਫੀਲ ਕਰਨਗੇ, ਜਿਹੜੇ ਲੋਕ ਨੇਚਰ ਨੂੰ ਪਸੰਦ ਕਰਦੇ ਨੇ, ਉਹ। ਪੈਸੇ ਹਮੇਸ਼ਾ ਜ਼ਰੂਰੀ ਨੇ, ਲੇਕਿਨ ਮੇਰੀ ਉਹ ਸੈਕਿੰਡ ਪ੍ਰਾਇੋਰਟੀ ਹੈ। ਓਕੇ ਓਕੇ। ਇਹ ਸਾਰੀਆਂ ਮੁਖਤਲਿਫ ਸ਼ਕਲਾਂ ਦੀਆਂ ਲੂੰਬੜੀਆਂ ਨੇ ਤੇ ਇਹ ਜਿਹੜਾ ਸ਼ਰਾਈਨ ਹੈ ਇਹ ਲੂੰਬੜੀ ਤੋਂ ਰਿਲੇਟਿਡ ਹੈ ਕੋਈ ਨਾ। ਸੋਨੇ ਖਾਓ ਚਗਾਓ ਨੇ। ਔਰ ਇਹ ਵੇਖੋ ਕੋਕੋਮੋ, ਇੱਥੇ ਲੋਕਾਂ ਨੂੰ ਜਿਨ੍ਹਾਂ ਨੂੰ ਕੋਈ ਪਸੰਦ ਹੈ ਉਹਨਾਂ ਨੇ ਇੱਥੇ ਵੀ ਸਿੱਕੇ ਰੱਖੇ ਨੇ ਨਾ। ਔਰ ਤੁਸੀਂ ਇਹ ਗੌਰ ਕਰੋਗੇ ਕਿ ਜ਼ਿਆਦਾਤਰ ਤੁਹਾਨੂੰ 1 ਯੇਨ ਦਾ ਸਿੱਕਾ ਮਿਲੇਗਾ। ਯਾਨੀ ਕਿ ਮਕਸਦ ਇਹ ਨਹੀਂ ਹੈ ਕਿ ਇਹਨਾਂ ਨੂੰ ਪੈਸੇ ਚਾਹੀਦੇ ਨੇ ਔਰ ਇਹਨਾਂ ਨੂੰ ਜ਼ਰੂਰਤ ਹੈ, ਮਕਸਦ ਸਿਰਫ ਇੱਕ ਇਹਨਾਂ ਦੀ ਅਕੀਦਤ ਹੈ। ਔਰ 1 ਯੇਨ ਦਾ ਮਤਲਬ ਇਹ ਹੀ ਹੈ ਕਿ ਪੈਸੇ ਰੱਖੇ ਨੇ, ਨਜ਼ਰਾਨਾ ਪੇਸ਼ ਕੀਤਾ ਹੈ ਨਾ। ਇਹ ਮੇਨ ਪੁਆਇੰਟ ਹੈ। ਕੁਛ ਕਿਤੇ ਕੋ ਦਸਾਈ दोस्तों, क्या ही खूबसूरत जगह है यार, इंतहाई खूबसूरत। वन ऑफ द रेयरेस्ट प्लेस आई हैव एवर विजिटेड। चेक करो, खूबसूरत फुल्लां दे विचों ਇਹ ਗੇਟ ਗੁਜ਼ਰਦੇ ਹੋਏ ਉਹ ਉੱਤੇ ਤੱਕ ਜਾਂਦੇ ਨੇ। ਉਧਰੋਂ ਘੁੰਮ ਕੇ ਅਸੀਂ ਵਾਪਸ ਆਏ ਹਾਂ, ਹੁਣ ਇਧਰੋਂ ਅਸੀਂ ਵਾਪਸ ਨਿਕਲਾਂਗੇ। ਇਹ ਕੀ ਬਾਤ ਹੈ। ਇੱਕੋ और दोस्तों ਇਹ जगह ਜਿਹੜੀ ਹੈ फ्री है और इस खूबसूरत जगह की टिकट भी कोई नहीं है, ये फ्री है। बस ਤੁਸੀਂ कीमत अदा करनी है अपने सफ़र की ਤੇ ਇੱਥੇ ਆਉਣ ਦੀ, ਤੇ ਸਭ ਤੋਂ ਜ਼ਿਆਦਾ ਕੀਮਤ ਅਦਾ ਕਰਨੀ ਤੁਸੀਂ ਆਪਣੇ ਟਾਈਮ ਦੀ। क्या बात है, क्या बात है, मज़े। वाओ, इट्स अ ब्यूटीफुल प्लेस। उसे ही दीवार चों गुजरते हुए वापस जा रहे हैं। ਉਹ ਉੱਥੇ ਇੱਕ ਹੋਰ ਮੰਦਰ ਜਿਹਾ ਹੈ, ਉਹ ਵੀ ਵੇਖਣੇ। ਉਹ ਕਿਹਦੇ ਨਾ ਵਾਹ ਰੇ ਵਾਹ, ਕਿਆ ਯਾਰ ਖੂਬਸੂਰਤ ਫੁੱਲ ਨੇ। ਪਿਛਲੀ ਵੀਡੀਓ ਦੇ ਵਿੱਚ ਮੈਂ ਕਿਹਾ ਸੀ ਕਿ ਅਸੀਂ ਘਰੋਂ ਨਿਕਲੇ ਤੇ ਬੜੀ ਤੇਜ਼ ਬਾਰਿਸ਼ ਹੋ ਰਹੀ ਸੀ ਤੇ ਮੈਂ ਵੀਡੀਓ ਦਾ ਅੱਛੇ ਤਰੀਕੇ ਨਾਲ ਆਗਾਜ਼ ਨਹੀਂ ਕਰ ਪਾਇਆ, ਤੇ ਮੈਂ ਰਸਤੇ ਵਿੱਚੋਂ ਵੀਡੀਓ ਦਾ ਆਗਾਜ਼ ਕਰ ਰਿਹਾ। ਤੇ ਕੁਝ ਲੋਕਾਂ ਨੇ ਕਮੈਂਟ ਕੀਤਾ, ਉਹ ਕਹਿੰਦੇ ਨੇ ਯਾਰ ਬਾਰਿਸ਼ ਤੇ ਅਸੀਂ ਵੇਖਣੀ ਸੀ, ਬਾਰਿਸ਼ ਤੇ ਬੜਾ ਅੱਛਾ ਮੌਸਮ ਹੁੰਦਾ ਹੈ, ਬਾਰਿਸ਼ 'ਚ ਤੇ ਬੜਾ ਖੂਬਸੂਰਤ ਨਜ਼ਾਰਾ ਹੁੰਦਾ ਹੈ, ਵੀਡੀਓਜ਼ ਬੜੀਆਂ ਅੱਛੀਆਂ ਬਣਦੀਆਂ ਨੇ। ਤੇ ਵਾਕਈ ਹੁਣ ਮੈਂ ਮਹਿਸੂਸ ਕਰ ਰਿਹਾ ਕਿ ਬਾਰਿਸ਼ ਦੇ ਵਿੱਚ ਅਸੀਂ ਘਰ ਬਹਿਣ ਲੱਗੇ ਸਾਂ ਜਾਂ ਕਿਸੇ ਮੌਲ ਦੇ ਵਿੱਚ ਜਾਣ ਲੱਗੇ ਸਾਂ ਕਿ ਯਾਰ ਬਾਹਰ ਬਾਰਿਸ਼ ਹੋ ਰਹੀ ਹੈ।
ਲੇਕਿਨ ਨਿਕਲੇ ਆ ਤੇ ਇਹ ਨਜ਼ਾਰੇ ਸਾਡਾ ਇੰਤਜ਼ਾਰ ਕਰ ਰਹੇ ਸਨ। ਇਹ ਵੇਖ ਲਓ, ਇਹੋ ਜਿਹੇ ਜੰਗਲਾਂ ਦੇ ਵਿੱਚ ਵੀ ਅਗਲਿਆਂ ਨੇ ਬਹੁਤ ਹੀ VIP ਕਿਸਮ ਦੇ ਟੋਇਲਟ ਬਣਾਏ ਨੇ, ਲੇਡੀਜ਼ ਜੈਂਟਸ ਲਹਿਦਾ ਉਹੀ ਜੈਪਨੀਜ਼ ਸਟਾਈਲ। ਸਵਾਦ ਨਹੀਂ ਆ ਗਿਆ। ਤੁਹਾਨੂੰ ਦੱਸ ਰਿਹਾ ਸਾਂ ਕਿ ਇੱਥੇ ਹਰ ਜਗ੍ਹਾ, ਜਿਹੜੀ ਜਗ੍ਹਾ 'ਤੇ ਅਸੀਂ ਹੁੰਦੇ ਹਾਂ ਉਸ ਜਗ੍ਹਾ ਦੇ ਹਿਸਾਬ ਨਾਲ ਇੱਥੇ ਸਪੈਸ਼ਲ ਕਿਸਮ ਦੀਆਂ ਸਵੀਟਸ ਹੁੰਦੀਆਂ ਨੇ। ਉਹ ਤੁਹਾਨੂੰ ਗੇਟ ਵਿਖਾਏ ਨੇ ਨਾ, ਅਤੇ ਇਹ ਵੇਖ ਲਓ ਉਸ ਗੇਟ ਦੇ ਹਿਸਾਬ ਨਾਲ ਇਹ ਸਵੀਟਸ ਨੇ ਛਪੀਆਂ ਹੋਈਆਂ ਨੇ, ਤਾਂ ਕਿ ਬਾਕਾਇਦਾ ਪਤਾ ਲੱਗੇ ਕਿ ਅਸੀਂ ਇਸ ਜਗ੍ਹਾ 'ਤੇ ਗਏ ਸਾਂ ਅਤੇ ਉਸ ਜਗ੍ਹਾ ਤੋਂ ਤੁਹਾਡੇ ਵਾਸਤੇ ਸਪੈਸ਼ਲ ਕੋਈ ਚੀਜ਼ ਲੈ ਕੇ ਆਏ ਹਾਂ। ਇਹ ਕੁਕੀ ਹੈ, ਬਿਸਕੁਟ। ਵਾਹ, ਇਹਦੇ ਉੱਤੇ ਵੀ ਉਹੀ ਗੇਟ ਬਣੇ ਨਾ ਪੂਰੇ ਉਹੀ ਡਿਜ਼ਾਈਨ ਦੇ ਨਾਲ। ਵਾਈਨ ਹੈ ਕੋਈ। ਦੋਸਤੋ ਇਹ ਵੇਖੋ ਕਿੱਥੇ ਮੈਂ ਆ ਕੇ ਰੁਕਿਆ ਵਾਂ, ਸਮੁੰਦਰ ਦੇ ਕਿਨਾਰੇ ਤੇ। ਬਹੁਤ ਤੇਜ਼ ਬਾਰਿਸ਼ ਹੋ ਰਹੀ ਹੈ, ਪਾਣੀ ਦੀ ਬਹੁਤ ਖੌਫਨਾਕ ਸੂਰਤ ਹਾਲ ਹੈ। ਸਾਰਾ ਦਿਨ ਬਾਰਿਸ਼ ਹੈ, ਇੰਨਾ ਮਜ਼ਾ ਕਿਸੇ ਦਿਨ ਵੀ ਨਹੀਂ ਆਇਆ ਜਿੰਨਾ ਮਜ਼ਾ ਬਾਰਿਸ਼ ਦੇ ਵਿੱਚ ਆ ਰਿਹਾ। ਬੇਗਮ ਨੇ ਕਿਹਾ ਕਿ ਸਮੁੰਦਰ 'ਚ ਡਿੱਗਣਾ ਚਾਹੀਏ, ਮੇਰੇ ਨਾਲ ਦਾ ਦੂਜਾ ਨਹੀਂ ਲੱਭਣਾ ਮੈਨੂੰ, ਤੇ ਹਦਾਇਤ ਦਿੱਤੀ ਹੈ ਕਿ ਗੱਡੀ ਤੋਂ ਪਰਲੇ ਪਾਸੇ ਨਹੀਂ ਜਾਣਾ। ਮੈਂ ਕਿਹਾ ਠੀਕ ਹੈ, ਲੇਕਿਨ ਬਹੁਤ ਕਮਾਲ ਮੌਸਮ ਹੈ। ਲੇਕਿਨ ਇਹ ਪਾਣੀ ਨੂੰ ਵੇਖ ਕੇ ਬਹੁਤ ਜ਼ਿਆਦਾ ਡਰ ਲੱਗ ਰਿਹਾ, ਖੌਫ ਆ ਰਿਹਾ ਹੈ ਰੀਅਲ, ਯਾਨੀ ਕਿ ਵੇਖ ਕੇ ਨਾ ਬਹੁਤ ਖੌਫ ਆ ਰਿਹਾ। ਚਲੀਏ, ਠੰਡ ਲੱਗਣ ਲੱਗ ਪਈ। ਦੋਸਤੋ ਇੱਥੇ ਜਾਪਾਨ ਦੇ ਵਿੱਚ ਐਸੇ ਪਿੰਡ ਨੇ ਜਿਹੜੇ ਕਿ ਵਿੰਟਰ ਦੇ ਵਿੱਚ, ਯਾਨੀ ਕਿ ਜਦੋਂ ਬਰਫ਼ ਪੈਂਦੀ ਹੈ ਦਸੰਬਰ ਤੇ ਜਨਵਰੀ ਦੇ ਵਿੱਚ ਖਾਸ ਤੌਰ 'ਤੇ ਨਾ, ਉਦੋਂ ਇਹ ਪੂਰੇ ਏਰੀਏ ਦੂਸਰੇ ਏਰੀਆਜ਼ ਤੋਂ ਕੱਟ ਆਫ ਹੋ ਜਾਂਦੇ ਨੇ। ਮਤਲਬ ਹੈ ਕਿ ਨਾ ਇਹ ਬਾਹਰ ਜਾ ਸਕਦੇ ਨੇ, ਨਾ ਉਹ ਇੱਧਰ ਲੋਕ ਆ ਸਕਦੇ ਨੇ। ਬਹੁਤ ਜ਼ਰੂਰੀ ਕੰਮ ਹੋਵੇ ਤੇ ਫਿਰ ਉਹਦੇ ਵਾਸਤੇ ਕੋਈ ਸੜਕਾਂ ਇਸਤੇਮਾਲ ਕੀਤੀਆਂ ਜਾਂਦੀਆਂ ਨੇ, ਮੇਨ ਸੜਕਾਂ। ਅਦਰਵਾਈਜ਼ ਲੋਕ ਇੱਥੇ ਹੀ ਰਹਿੰਦੇ ਨੇ। ਕਹਿਣ ਦਾ ਮਕਸਦ ਇਹ ਹੈ ਕਿ ਐ ਨਹੀਂ ਕਿ ਬਿਲਕੁਲ ਹੀ ਕੋਈ ਐਮਰਜੈਂਸੀ ਹੋਵੇ ਤੇ ਕੋਈ ਜਾ ਹੀ ਨਹੀਂ ਸਕਦਾ, ਲੇਕਿਨ ਇਹ ਰਸਤਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਹੈ। ਅਸੀਂ ਬਸ ਪਹੁੰਚਣ ਵਾਲੇ ਆਪਣੀ ਮੰਜ਼ਿਲ ਤੇ, ਜਿੱਥੇ ਅਸੀਂ ਪਹੁੰਚਣਾ ਔਰ 5 ਮਿੰਟਾਂ 'ਚ। ਮੈਂ ਜਾਣ ਬੁੱਝ ਕੇ ਨਾ ਇਸ ਰਸਤਾ ਲੰਬਾ ਕਰ ਲੈਂਦਾ ਵਾਂ, ਜਿਹੜਾ ਸਭ ਤੋਂ ਲੰਬਾ ਰਸਤਾ ਹੋਵੇ ਤੇ ਸਭ ਤੋਂ ਮੁਸ਼ਕਿਲ ਹੋਵੇ ਨਾ, ਰਸ਼ ਵਾਲਾ। ਤੇ ਕਿਉਂ, ਅਸੀਂ ਸਾਡੇ ਕੋਲ ਟਾਈਮ ਤੇ ਹੈ ਵੇ ਹੁਣ ਇੰਜੋਏ ਕਰਨ ਦਾ। ਇਹ ਹੁਣ ਮੈਂ ਜਾਣ ਬੁੱਝ ਕੇ ਕਿਸੇ ਪਿੰਡ ਦੀਆਂ ਗਲੀਆਂ 'ਚ ਪਾ ਲਿਆ। ਸਾਈਡ ਤੇ ਪੁਰਾਣੇ ਤਰਜ਼ ਦੇ ਮਕਾਨ ਨੇ, ਜਾਪਾਨੀ ਜਿਹੜੇ ਨੇ ਉਹ ਮੈਨੂੰ ਘੂਰ ਕੇ ਵੇਖਦੇ ਨੇ, ਕਿਉਂਕਿ ਇੱਥੇ ਕੋਈ ਫੋਰਨਰ, ਮੈਨੂੰ 3-4 ਦਿਨ ਹੋ ਗਏ ਨੇ, ਇੱਕ ਵੀ ਫੋਰਨਰ ਮੈਂ ਨਹੀਂ ਵੇਖਿਆ ਇਸ ਤਰ੍ਹਾਂ ਨਾ ਗੱਡੀ ਦੇ ਉੱਤੇ।